ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 4 ਤਰੀਕ ਆ ਤੇ ਦਿਨ ਜਿਹੜਾ ਸੋਮਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਵੀ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਤਹਿਤ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਲਈਏ ਤੇ ਕੈਲੀਫੋਰਨੀਆ ਤੇ ਨਵਾਡਾ ਦੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ 10 ਤੋਂ ਲੈ ਕੇ 11 ਫੁੱਟ ਤੱਕ ਸਨੋ ਦੇ ਵਿੱਚ ਡੁੱਬੇ ਹੋਏ ਆ, ਸਨੋ ਦੇ ਵਿੱਚ ਕਵਰ ਹੋਏ ਪਏ ਆ। ਖਾਸ ਕਰਕੇ ਜੋ ਸਿਆਰਾ ਨਵਾਡਾ ਵਾਲਾ ਏਰੀਆ ਹੈਗਾ, ਸ਼ੂਗਰ ਬਾਲ ਵਾਲੇ ਏਰੀਏ 'ਚ 126 ਇੰਚ ਸਨੋ ਪਈ ਹੈਗੀ ਆ। ਉਹ ਤੋਂ ਬਾਅਦ ਸੋਡਾ ਸਪਰਿੰਗ ਤੇ 116 ਇੰਚ, ਕਿੰਗਸਵਿਲ ਤੇ 106 ਇੰਚ ਪਈ ਹੈਗੀ। ਬਹੁਤ ਸਾਰੇ ਏਰੀਏ 'ਚ 5 ਤੋਂ ਲੈ ਕੇ 8 ਫੁੱਟ ਤੱਕ ਪਈ ਆ। ਜਿਹੜਾ ਪੈਲਿਸ ਤੇ ਤਾਓ ਏਰੀਆ ਆ, ਡੌਜ ਰਿਜ, ਸਿਆਰਾ ਸਨੋ, ਸਨੋ ਹੀ ਸਨੋ ਉੱਧਰ ਜਿਹੜੀ ਪਈ ਆ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਹਾਈਵੇਜ਼ 80, 50 ਉਸ ਏਰੀਏ 'ਚ ਬੰਦ ਕੀਤੇ ਗਏ ਆ। ਨੈਸ਼ਨਲ ਵੈਦਰ ਸਰਵਿਸ ਹਜੇ ਵੀ ਕਹਿ ਰਿਹਾ ਵੀ 1 ਤੋਂ 2 ਫੁੱਟ ਹੋਰ ਵੀ ਸਨੋ ਉੱਥੇ ਪੈ ਸਕਦੀ ਹੈਗੀ ਆ। ਸੋ ਇੱਕ ਤਰ੍ਹਾਂ ਨਾਲ ਕੈਲੀਫੋਰਨੀਆ ਲਈ ਗੁੱਡ ਵੀ ਹੈਗਾ। ਇਹ ਵੀ ਹੁਣ ਡਿਕਲੇਅਰ ਕੀਤਾ ਗਿਆ ਹੈ ਕਿ 2025 ਤੱਕ ਕੈਲੀਫੋਰਨੀਆ 'ਚ ਕੋਈ ਡਰਾਊਟ ਨਹੀਂ ਰਹੂਗਾ। ਜੀ ਬਿਲਕੁਲ, ਰਿਕਾਰਡ ਤੋੜ ਬਰਫ਼ ਪੈਣੀ ਸੀਗੀ। ਜਿੱਦਾਂ ਆਪਾਂ ਉਦੋਂ ਵੀ ਕਰ ਰਹੇ ਸੀ ਅਰਜੋਤ ਸਿੰਘ ਜੀ, ਵੀ ਕਈ ਥਾਵਾਂ ਦੇ ਉੱਤੇ ਮੀਂਹ ਵਗੈਰਾ ਘੱਟ ਪਏ ਹੋਣਗੇ ਤਾਂ ਉਹਨਾਂ ਨੂੰ ਲੱਗੂਗਾ ਜਾਂ ਨਹੀਂ ਆਪਣੇ ਤਾਂ ਸਭ ਕੁਛ ਸੈੱਟ ਰਿਹਾ ਆ। ਪਰ ਇਹ ਵਨਸ ਇਨ ਲਾਈਫ ਟਾਈਮ ਹਿਸਟਰੀ ਦੇ ਵਿੱਚ ਇੰਨਾ ਜ਼ਿਆਦਾ ਜਿਹੜੀ ਬਰਫ਼ਬਾਰੀ ਆ ਉਹ ਰਿਕਾਰਡ ਕੀਤੀ ਗਈ ਆ। ਪਿਛਲੇ ਕਈ ਦਹਾਕਿਆਂ ਦੇ ਵਿੱਚ ਜਿਹੜਾ ਸਿਆਰਾ ਸਨੋ ਕਲੱਬ ਆ ਉਹਨਾਂ ਦੇ ਲੈਬ ਦੇ ਦੁਆਰਾ ਸਿਆਰਾ ਸਨੋ ਲੈਬ ਆ, ਉਹਨਾਂ ਦੇ ਦੁਆਰਾ ਜਿਹੜਾ ਰਿਕਾਰਡ ਤੋੜ ਬਰਫ਼ ਮੈਜਰ ਕੀਤੀ ਗਈ ਸੀ ਉਹ 56 ਇੰਚ ਦੇ ਇਰਦ ਗਿਰਦ ਸੀ। ਹੁਣ 126 ਇੰਚ ਤੱਕ ਜਿਹੜੀ ਸਨੋ ਪੈਣੀ ਆ ਉਹ ਸਮਝ ਲਓ ਵੀ ਆਉਂਦੇ ਪਤਾ ਨਹੀਂ ਕਿੰਨੇ ਦਿਨਾਂ ਤੱਕ ਹਾਲਾਤ ਤੇ ਕਿੱਦਾਂ ਦੇ ਜਿਹੜੇ ਉਹ ਰਹਿਣਗੇ। 5 ਤੋਂ 8 ਤਾਂ ਐਵਰੇਜ ਕਈ ਥਾਵਾਂ ਦੇ ਉੱਤੇ ਜਿਹੜੀ ਸਨੋ ਆ ਉਹ ਪੈ ਚੁੱਕੀ ਆ। ਸੋ ਗੁੱਡ ਨਿਊਜ਼ ਕਹਿੰਦੇ ਵੀ ਏਰੀਆ ਵਾਸਤੇ, ਇਸ ਮੁਲਕ ਵਾਸਤੇ ਜਾਂ ਕੈਲੀਫੋਰਨੀਆ ਵਾਸਤੇ ਇਹੀ ਆ ਵੀ ਰਿਮਾਈਂਡਰ ਆਫ ਦਾ ਵੀਕ ਥੋੜ੍ਹਾ ਜਿਹਾ ਮੌਸਮ ਹੁਣ ਖੁਸ਼ਕ ਰਹੂਗਾ, ਬਰਫ਼ਬਾਰੀ ਤੋਂ ਥੋੜ੍ਹੀ ਨਿਜਾਤ ਜਿਹੜੀ ਆ ਉਹ ਰਹੇਗੀ। ਸੋ ਇਹ ਜਿਹੜਾ ਓਵਰਆਲ ਰਿਹਾ ਹੈ ਕੈਲੀਫੋਰਨੀਆ ਦੇ ਵਿੱਚ ਜੀਵਨ ਪੂਰੀ ਤਰ੍ਹਾਂ ਇਸ ਬਲਿਜ਼ਰਡ ਦੇ ਨਾਲ ਪ੍ਰਭਾਵਿਤ ਜਿਹੜਾ ਉਹ ਰਿਹਾ ਸੀਗਾ। ਤੇ ਓਵਰਆਲ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਦੇਖਿਆ ਜਾਵੇ ਤਾਂ ਬਲਿਜ਼ਰਡ ਤੋਂ ਬਾਅਦ ਸਿਆਰਾ ਨਵਾਡਾ ਦੇ ਵਿੱਚ ਕਾਫੀ ਜਿਹੜਾ ਅਨਸਟੇਬਲ ਵੈਦਰ ਆ ਉਹ ਰਿਹਾ। ਕਈ ਥਾਵਾਂ ਦੇ ਉੱਤੇ ਐਵਲਾਂਚਿਸ ਉਹ ਵੀ ਰਿਕਾਰਡ ਕੀਤੇ ਗਏ ਸੀਗੇ। ਸੋ ਨਦਰਨ ਜਿਹੜੇ ਸਿਆਰਾ ਨਵਾਡਾਜ਼ ਆ ਤੇ ਸਦਰਨ ਕਾਸਕੇਡਸ ਆ ਉੱਥੇ ਸੋਮਵਾਰ ਵੀ ਅੱਜ ਵੀ ਕਹਿੰਦੇ ਆ ਵੀ ਕਈ ਉੱਚੀਆਂ ਥਾਵਾਂ ਦੇ ਉੱਤੇ ਬਰਫ਼ਬਾਰੀ ਮੈਜਰ ਕੀਤੀ ਗਈ ਆ। ਉੱਧਰ ਨਦਰਨ ਰੌਕੀਜ਼ ਦੇ ਵਿੱਚ ਟਿਊਜ਼ਡੇ ਨੂੰ ਜਿਹੜੀ ਸਨੋਫਾਲ ਆ ਉਹ ਵੀ ਪਊਗੀ, ਜਿਸ ਦੇ ਨਾਲ ਆਈਡਾਹੋ ਤੇ ਵੈਸਟਰਨ ਵਾਇਓਮਿੰਗ ਦੇ ਵਿੱਚ ਅਸਰ ਪਊਗਾ। ਆਪਣੇ ਗਵਾਂਢੀ ਸੂਬੇ ਓਰੇਗਨ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਸਨੋ ਪਈ ਆ, ਕਾਫੀ ਭਾਰੀ ਸਨੋ ਪਈ ਆ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਹੋਰ ਅਜੇ ਸਨੋ ਪੈਣ ਦੀਆਂ ਕਿਆਸਰੀਆਂ ਦੱਸੀਆਂ ਗਈਆਂ ਹੈਗੀਆਂ ਆ। ਸੋ ਇਨਲੈਂਡ ਦੇ ਵਿੱਚ ਜੇ ਦੇਖਿਆ ਜਾਵੇ ਤਾਂ 1 ਤੋਂ 4 ਇੰਚ ਤੱਕ ਜਿਹੜੀ ਆ ਮੀਂਹ ਵੀ ਕਈ ਥਾਵਾਂ ਦੇ ਉੱਤੇ ਰਿਕਾਰਡ ਕੀਤਾ ਗਿਆ ਆ। ਸੋ ਬਲਿਜ਼ਰਡ ਕੰਡੀਸ਼ਨਸ ਜਿਹੜੀਆਂ ਉਹ ਚਾਲੂ
ਰਹੀਆਂ ਸੀ। 6500 ਫੁੱਟ ਦੀ ਉੱਤੇ ਉਚਾਈ ਦੇ ਉੱਤੇ ਵੀ ਅੱਜ ਫਿਰ ਜਿਹੜੇ ਕਹਿੰਦੇ ਵੀ ਮਿਡਨਾਈਟ ਤੱਕ ਹੋਰ ਜ਼ਿਆਦਾ ਬਰਫ਼ਬਾਰੀ ਦੇ ਕਿਆਸ ਰਹੀਆਂ ਆ। ਤੜਕੇ ਸਵੇਰੇ 4 ਵਜੇ ਤੱਕ ਵੈਡਨਸਡੇ ਵਿੰਟਰ ਸਟਾਰਮ ਵਾਰਨਿੰਗ ਆ ਇਹਨਾਂ ਇਲਾਕਿਆਂ ਦੇ ਵਿੱਚ ਚਾਲੂ ਰਹੇਗੀ। ਅਗਲੀ ਖਬਰ ਜੋ ਆ ਕਿੰਗ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ $20,000 ਦਾ ਪੁਲਿਸ ਵੱਲੋਂ ਇਨਾਮ ਰੱਖਿਆ ਗਿਆ ਹੈ। ਵੀਕਐਂਡ ਦੇ ਦੌਰਾਨ ਮਾਸ ਸ਼ੂਟਿੰਗ ਹੋਈ ਆ, ਜਿੱਥੇ 4 ਜਾਣਿਆਂ ਦੀ ਮੌਕੇ ਤੇ ਜਿੱਦਾਂ ਮੌਤ ਹੋਈ ਆ, 7 ਜਾਣੇ ਬਹੁਤ ਬੁਰੀ ਤਰ੍ਹਾਂ ਜੋ ਆ ਉਹ ਫੱਟੜ ਹੋਏ ਹੈਗੇ ਆ। ਕਹਿੰਦੇ ਵੀ ਇੱਕ ਬਰਥਡੇ ਪਾਰਟੀ ਚੱਲ ਰਹੀ ਸੀ ਕਿੰਗ ਸਿਟੀ ਦੇ ਵਿੱਚ, ਜਦੋਂ ਇੱਕ ਕੀਆ ਕਾਰ ਦੇ ਵਿੱਚ ਕੁਝ ਲੋਕ ਆਏ ਤੇ ਜਿਨ੍ਹਾਂ ਨੇ ਅੰਨ੍ਹੇਵਾਹ ਜਿਹੜੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਚੀਫ ਜੇਮਸ ਹੰਟ ਉਹਨਾਂ ਨੇ ਕਿਹਾ ਵੀ 3 ਲੋਕ ਜੋ ਡਾਰਕ ਕਲੋਥਿੰਗ ਉਹਨਾਂ ਨੇ ਤੇ ਮਾਸਕ ਪਾਏ ਹੋਏ ਸੀ, ਉਹ ਕਾਰ ਵਿੱਚੋਂ ਨਿਕਲ ਕੇ ਘਰ ਦੇ ਸਾਹਮਣੇ ਆਏ ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ ਇੱਕ ਲੇਡੀ ਦੀ ਉੱਥੇ ਮੌਤ ਹੋ ਗਈ, 3 ਜਾਣਿਆਂ ਦੀ ਬਾਅਦ ਦੇ ਵਿੱਚ ਹੋਈ ਹੈਗੀ ਆ। 7 ਜਾਣਿਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ, ਜਿਨ੍ਹਾਂ ਦੇ ਵਿੱਚੋਂ 2 ਜਾਣੇ ਬਹੁਤ ਕ੍ਰਿਟੀਕਲ ਕੰਡੀਸ਼ਨ 'ਚ ਆ, 5 ਜਾਣੇ ਜਿਨ੍ਹਾਂ ਦੀ ਲਾਈਫ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਹੈਗੀਆਂ, ਸੋ ਉਹ ਸਰਵਾਈਵ ਕਰ ਜਾਣਗੇ। ਕਿੰਗ ਸਿਟੀ ਦੀ ਜੋ ਪੁਲਿਸ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਆ ਵੀ ਜਿਹੜੇ ਸਸਪੈਕਟਸ ਆ ਉਹ ਹਜੇ ਵੀ ਫੜੇ ਨਹੀਂ ਗਏ, ਬਹੁਤ ਡੇਂਜਰਸ ਹੈਗੇ ਆ, ਆਰਮਡ ਹੈਗੇ ਆ, ਤੇ $20,000 ਦਾ ਇਨਾਮ ਰੱਖਿਆ ਗਿਆ ਹੈ ਜੇ ਉਹਨਾਂ ਦੇ ਬਾਰੇ ਕੋਈ ਇਨਫੋਰਮੇਸ਼ਨ ਦੇਵੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਮ ਲੋਕਾਂ ਤੋਂ ਘਰ ਜਿਹੜਾ ਉਹ ਜੁੜ ਨਹੀਂ ਰਿਹਾ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਆ, ਜਿਹੜਾ ਜੇ ਪਾਸ ਨਹੀਂ ਹੋਇਆ, ਪ੍ਰਪੋਜ਼ਡ ਆ, ਜਿਹਦੇ ਨਾਲ ਇਲੀਗਲ ਮਾਈਗ੍ਰੈਂਟਸ ਫਸਟ ਟਾਈਮ ਹੋਮ ਬਾਇਰ ਲੋਨਸ ਦੇ ਲਈ ਵੀ ਐਲੀਜੀਬਲ ਜਿਹੜੇ ਉਹ ਹੋਣਗੇ। ਇਹ ਅਸੈਂਬਲੀ ਬਿੱਲ 1840 ਆ। ਇਸ ਨੂੰ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟ ਅਸੈਂਬਲੀਮੈਨ ਹਕੀਨ ਐਰਮਬੂਲਾ ਉਹਨਾਂ ਨੇ ਇੰਟਰੋਡਿਊਸ ਕੀਤਾ ਸੀ। ਕਹਿੰਦੇ ਵੀ ਇਲੀਗਲ ਮਾਈਗ੍ਰੈਂਟਸ ਦੇ ਲਈ ਜਿਹੜੀ ਹੋਮ ਓਨਰਸ਼ਿਪ ਅਚੀਵ ਕਰਨ ਦੇ ਲਈ ਇਹ ਇੱਕ ਰਾਹ ਜਿਹੜਾ ਉਹ ਪੱਧਰਾ ਕਰੂਗਾ। ਇਸ ਬਿੱਲ ਦੇ ਨਾਲ ਕਹਿੰਦੇ ਵੀ ਐਲੀਜੀਬਿਲਿਟੀ ਕ੍ਰਾਈਟੇਰੀਆ ਸਟੇਟ ਲੋਨ ਪ੍ਰੋਗਰਾਮਸ ਦੇ ਵਿੱਚ ਅਨਡਾਕੂਮੈਂਟਡ ਮਾਈਗ੍ਰੈਂਟਸ ਨੂੰ ਵੀ ਐਡ ਜਿਹੜਾ ਉਹ ਕਰੂਗਾ, ਜਿਹੜੇ ਫਸਟ ਟਾਈਮ ਹੋਮ ਬਾਇਰਸ ਹੋਣਗੇ। ਕਹਿੰਦੇ ਵੀ ਇਹਨਾਂ ਨੇ ਇਸ ਬਿੱਲ ਦੇ ਵਿੱਚ ਅਪਡੇਟ ਦਿੰਦੇ ਹੋਏ ਜਿਹੜਾ ਉਹ ਦੱਸਿਆ ਵੀ, ਕਹਿੰਦੇ ਵੀ ਇਹ ਜਿਹੜਾ ਐਪਲੀਕੈਂਟ, ਕੋਈ ਵੀ ਐਪਲੀਕੈਂਟ ਇਸ ਪ੍ਰੋਗਰਾਮ ਦੇ ਤਹਿਤ ਉਸ ਨੂੰ ਡਿਸਕੁਆਲੀਫਾਈ ਨਹੀਂ ਕੀਤਾ ਜਾ ਸਕਦਾ, ਉਸ ਦੇ ਮਾਈਗ੍ਰੇਸ਼ਨ ਸਟੇਟਸ ਨੂੰ ਜਿਹੜਾ ਉਹ ਦੇਖਦੇ ਹੋਏ। ਇੱਥੇ ਇਹ ਚੀਜ਼ ਜਿਹੜੀ ਜ਼ਰੂਰ ਆ ਹਰਜੋਤ ਸਿੰਘ ਜੀ, ਵੀ ਹੋ ਸਕਦਾ ਵੀ ਆਪਣੇ ਬਹੁਤ ਸਾਰੇ ਲੋਕ ਜਿਹੜੇ ਇਸ ਕ੍ਰਾਈਟੇਰੀਆ ਦੇ ਤਹਿਤ ਐਲੀਜੀਬਲ ਨਹੀਂ ਹੋ ਪਾਉਂਦੇ, ਵੀ ਇਹ ਬਿੱਲ ਆਉਣ ਤੋਂ ਬਾਅਦ ਦੇ ਵਿੱਚ ਉਹ ਐਲੀਜੀਬਲ ਜਿਹੜੇ ਹੋ ਸਕਣਗੇ। ਪਰ ਇਹ ਕਿੱਥੇ ਤੱਕ ਜਾਇਜ਼ ਹੋਊਗਾ, ਕੀ ਲੋਕ ਇਸ ਦੀ ਪ੍ਰੋੜਤਾ ਕਰਨਗੇ, ਇਸ ਦੀ ਹਾਮੀ ਭਰਨਗੇ, ਇਹ ਦੇਖਣ ਵਾਲੀ ਗੱਲ ਹੋਊਗੀ। ਇਹ ਬਿੱਲ ਕਹਿੰਦੇ ਵੀ ਫੋਕਸ ਕਰੂਗਾ ਕੈਲੀਫੋਰਨੀਆ ਡ੍ਰੀਮ ਨੂੰ ਲੈ ਕੇ, ਆਲ ਸ਼ੇਅਰਡ ਐਪਰੀਸ਼ੀਏਸ਼ਨ ਲੋਨ ਪ੍ਰੋਗਰਾਮ, ਜਿਹੜਾ ਕਿ 2023 ਦੇ ਹੁਣ ਸਪਰਿੰਗ ਦੇ ਵਿੱਚ ਪਿਛਲੇ ਸਾਲ ਜਿਹੜਾ ਆ ਉਹ ਚਾਲੂ ਕੀਤਾ ਗਿਆ ਸੀ। ਫਸਟ ਟਾਈਮ ਲੋਨ ਜਿਹੜੇ ਹੋਮ ਬਾਇਰਸ ਆ ਉਹਨਾਂ ਦੇ 20% ਜਿਹੜਾ ਡਾਊਨ ਪੇਮੈਂਟ ਦੇਣ ਦੇ ਲਈ ਸੀਗਾ, ਜਿਸ ਦੇ ਵਿੱਚ ਉਹਨਾਂ ਨੇ ਕਾਫੀ ਕਿਤੇ ਸੀਗੇ, ਕਾਫੀ ਘੱਟ ਲੋਕ ਉੱਦਾਂ ਆਏ ਸੀਗੇ, ਪਰ ਇਹ ਸਟੇਟ ਦਾ ਇੱਕ ਪ੍ਰੋਗਰਾਮ ਸੀ ਜਿਸ ਵਿੱਚ ਹੁਣ ਇਲੀਗਲ ਇਮੀਗ੍ਰੈਂਟਸ ਨੂੰ ਵੀ ਐਲੀਜੀਬਿਲਿਟੀ ਪੂਲ ਦੇ ਵਿੱਚ ਐਡ ਕੀਤਾ ਗਿਆ ਹੈਗਾ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਇੱਕ ਮੇਲ ਨਰਸ ਨੇ ਇੱਕ ਲੇਡੀ ਜੋ ਪੇਸ਼ੈਂਟ ਸੀ ਉਸ ਨੂੰ ਜਿਹੜਾ ਆ ਸੈਕਸ਼ੂਅਲੀ ਅਸੌਲਟ ਕੀਤਾ ਹੈਗਾ। ਇਹ ਕਾਈਜ਼ਰ ਪਰਮਾਨੈਂਟ ਹਸਪੀਟਲ ਜੋ ਰਿਵਰ ਸਾਈਡ ਆ, ਉੱਥੇ ਇਹ ਵਾਪਰਿਆ। ਕਹਿੰਦੇ ਪਈ ਮਾਰਚ 1 ਨੂੰ ਜੋ ਜੇਕਬ ਡੈਨੀਅਲ ਹਾਰਟਮੈਨ ਆ, 27 ਸਾਲਾਂ ਦਾ, ਕਰੋਨਾ ਤੋਂ ਆ, ਨਰਸ, ਉਹ ਉੱਥੇ ਜੌਬ ਕਰ ਰਿਹਾ ਸੀ ਜਦੋਂ ਇੱਕ ਪੇਸ਼ੈਂਟ ਜਿਸ ਨੂੰ ਜੋ ਅਨਕੌਂਸ਼ੀਅਸ ਸੀਗੀ ਉਹਨੂੰ ਸੈਕਸ਼ੂਅਲੀ ਅਸੌਲਟ ਕੀਤਾ ਗਿਆ। ਬਾਅਦ ਦੇ ਵਿੱਚ ਕਾਈਜ਼ਰ ਪਰਮਾਨੈਂਟ ਨੇ ਇਹ ਕਿਹਾ ਵੀ ਅਸੀਂ ਸੇਫ ਤੇ ਹਾਈ ਕੁਆਲਿਟੀ ਦੀ ਕੇਅਰ ਦਿੰਦੇ ਹੈਗੇ ਆ, ਤੇ ਜਿਸ ਬੰਦੇ ਨੇ ਇਨਸੀਡੈਂਟ ਇਦਾਂ ਦੀ ਕੀਤੀ ਆ ਉਸ ਨੂੰ ਇਮੀਡੀਏਟਲੀ ਜਿਹੜੀ ਆ ਛੁੱਟੀ ਕਰ ਦਿੱਤੀ ਗਈ ਆ ਤੇ ਉਸ ਨੂੰ ਘਰ ਭੇਜ ਦਿੱਤਾ ਗਿਆ ਹੈਗਾ, ਤੇ ਉਹ ਇਸ ਟਾਈਮ ਕਾਈਜ਼ਰ ਪਰਮਾਨੈਂਟੇ ਦਾ EMPLOYEE ਨਹੀਂ ਹੈਗਾ। ਪਰ ਇਹਦੇ ਸੰਬੰਧ ਦੇ ਵਿੱਚ ਜੋ ਪੁਲਿਸ ਆ ਉਸਨੇ ਇਹ ਕਿਹਾ, ਉਹਨਾਂ ਨੇ ਨੰਬਰ ਦਿੱਤਾ 9513537120 ਵੀ ਜੇ ਕੋਈ ਹੋਰ ਵੀ ਪੇਸ਼ੈਂਟ ਕਦੇ ਸੈਕਸ਼ੂਅਲੀ ਅਸੌਲਟ ਹੋਇਆ ਹੋਵੇ ਤੇ ਉਹ ਉਹਨਾਂ ਨੂੰ ਪੁਲਿਸ ਨੂੰ ਕੰਟੈਕਟ ਕਰ ਸਕਦਾ ਹੈਗਾ। ਰਿਵਰਸਾਈਡ 60 ਮੀਲ ਦੂਰ ਆ ਡਾਊਨਟਾਊਨ ਲਾਸ ਐਂਜਲਸ ਤੋਂ। ਜੀ, ਕੈਲੀਫੋਰਨੀਆ ਦੇ ਜਿਹੜੇ ਆ ਉਹ ਬਾਰਡਰ ਦੇ ਉੱਤੇ ਜਿਹੜੇ ਲੋਕ ਆ ਰਹੇ ਆ, ਮਾਈਗ੍ਰੈਂਟਸ ਆ ਰਹੇ ਆ,
ਉਹਨਾਂ ਨੂੰ ਲੁੱਟਣ ਖੋਹਣ ਵਾਲੇ ਵੀ ਨਾਲ ਆ ਰਹੇ ਆ। ਯੂਐਸ ਬਾਰਡਰ ਪੈਟਰੋਲ ਵਾਲਿਆਂ ਨੇ ਇੱਕ ਐਸੇ ਹੀ ਲਟੇਰੇ ਨੂੰ ਮਾਰ ਮੁਕਾਇਆ ਹੈਗਾ ਆ। ਕਹਿੰਦੇ ਵੀ ਜਿਹੜੇ ਬੈਂਡਿਟਸ ਆ ਉਹ ਯੂਐਸ ਦੇ ਵਿੱਚ ਐਂਟਰ ਕਰ ਰਹੇ ਆ ਤੇ ਮਾਈਗ੍ਰੈਂਟਸ ਨੂੰ ਉੱਥੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਲੁੱਟਾਂ ਖੋਹਾਂ ਕਰ ਰਹੇ ਆ ਤੇ ਨਾਲ ਦੇ ਨਾਲ ਪ੍ਰੋਸੈਸਿੰਗ ਦੇ ਲਈ ਵੀ ਉਹ ਆਪਣੇ ਆਪ ਨੂੰ ਟਰਨਿੰਗ ਜਿਹੜੇ ਉਹ ਕਰੀ ਜਾ ਰਹੇ ਆ। ਜਿਹੜੇ ਮਾਈਗ੍ਰੈਂਟਸ ਉੱਥੇ ਆ ਰਹੇ ਸੀਗੇ ਤੇ ਕਹਿੰਦੇ ਵੀ ਬਾਅਦ ਚ ਲੁੱਟਾਂ ਖੋਹਾਂ ਕਰਕੇ ਮੈਕਸੀਕੋ ਵਾਪਸ ਜਿਹੜੇ ਉਹ ਭੱਜ ਜਾਂਦੇ ਸੀਗੇ। ਸੋ ਬਾਰਡਰ ਪੈਟਰੋਲ ਏਜੰਟ ਜਿਹੜੇ ਕੈਲੀਫੋਰਨੀਆ ਦੇ ਵਿੱਚ ਇੱਕ ਅਜਿਹੇ ਹੀ ਬੈਂਡਿਟ ਨੂੰ ਉਹਨਾਂ ਨੇ ਮਾਰ ਜਿਹੜਾ ਉਹ ਮੁਕਾਇਆ ਆ। ਸੋ ਸਥਿਤੀ ਇਸ ਟਾਈਮ ਇਦਾਂ ਦੀ ਜਿਹੜੀ ਉਹ ਬਣੀ ਪਈ ਆ, ਜਿੱਥੇ ਅਕਸਰ ਰੌਲਾ ਪੈ ਰਿਹਾ ਆ ਵੀ ਯੂਐਸ ਦੇ ਬਾਰਡਰ ਦੇ ਉੱਤੇ ਇਹ ਸਾਰਾ ਕੁਝ ਹੋ ਰਿਹਾ ਆ ਵੀ ਇਸ ਦਾ ਕੀ ਜਿਹੜਾ ਉਹ ਕੀਤਾ ਜਾਵੇ। ਉੱਥੇ ਇਸੇ ਹੀ ਆੜ ਦੇ ਵਿੱਚ ਜਿੱਥੇ ਕਈ ਲੋਕ ਆਪਣੀ ਜ਼ਿੰਦਗੀ ਸੁਧਾਰਨ ਦੇ ਲਈ ਜਾਂ ਪਿੱਛੇ ਤੰਗ ਪਰੇਸ਼ਾਨੀਆਂ ਤੋਂ ਨਿਕਲਦੇ ਹੋਏ ਨਿਜਾਤ ਪਾਉਣ ਦੇ ਲਈ ਅਮਰੀਕਾ ਵੱਲ ਨੂੰ ਰੁਖ ਕੀਤਾ ਆ, ਉੱਥੇ ਚੋਰ ਲਟੇਰੇ ਵੀ ਇਸੇ ਆੜ ਦੇ ਵਿੱਚ ਆਈ ਜਾ ਰਹੇ ਹੈਗੇ ਆ। ਸੋ ਇਹ ਜਿਹੜੀ ਸ਼ੂਟਿੰਗ ਆ ਕਹਿੰਦੇ ਵੀ ਏਜੰਟਸ ਦੇ ਦੁਆਰਾ ਕੀਤੀ ਗਈ ਸੈਨ ਡਿਏਗੋ ਇਲਾਕੇ ਦੇ ਨਜ਼ਦੀਕ। ਕਹਿੰਦੇ ਵੀ ਇੱਕ ਨਹੀਂ ਕਈ ਜਾਣੇ ਮਿਲ ਕੇ ਇੱਕ ਜਿਹੜੇ ਗਰੁੱਪ ਆ ਉਹ ਮਾਈਗ੍ਰੈਂਟਸ ਨੂੰ ਰੌਬ ਕਰ ਰਹੇ ਸੀਗੇ ਤੇ ਤਸਵੀਰਾਂ ਜਿਹੜੀਆਂ ਆ ਉਹ ਕੁਛ ਉਹਨਾਂ ਨੇ ਪੇਸ਼ ਕੀਤੀਆਂ, ਜਿਸ ਦੇ ਵਿੱਚ ਦੇਖਿਆ ਜਾ ਰਿਹਾ ਵੀ ਇੱਕ ਬੰਦਾ ਬੰਦੂਕ ਤਾਣ ਕੇ ਉਹਨਾਂ ਮਾਈਗ੍ਰੈਂਟਸ ਨੂੰ ਲੁੱਟ ਰਿਹਾ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਕਾਰਾਂ ਆਮ ਭੰਨ ਹੁੰਦੀਆਂ ਰਹਿੰਦੀਆਂ, ਲੋਕਾਂ ਦੇ ਘਰਾਂ 'ਚ ਵੀ ਬ੍ਰੇਕ ਇਨ ਹੁੰਦੀ ਰਹਿੰਦੀ ਆ, ਪਰ ਸੈਨੋਜ਼ੇ ਤੋਂ ਖਬਰ ਆ ਰਹੀ ਆ ਵੀ ਸੈਨੋਜ਼ੇ ਦਾ ਇੱਕ ਫਾਇਰ ਸਟੇਸ਼ਨ ਆ, ਉੱਥੇ ਬ੍ਰੇਕ ਇਨ ਹੋਈ ਹੈਗੀ ਆ। ਤੇ ਫਾਇਰ ਸਟੇਸ਼ਨ ਯੂਜੂਅਲੀ 24 ਆਵਰ ਫਾਇਰ ਫਾਈਟਰ ਹੁੰਦੇ ਆ, ਪਰ ਜਦੋਂ ਕਿਤੇ ਐਮਰਜੈਂਸੀ ਕਾਲ ਆਉਂਦੀ ਆ ਉਹਨਾਂ ਨੂੰ ਫਿਰ ਜਾਣਾ ਪੈਂਦਾ। ਇਦਾਂ ਹੀ ਹੋਇਆ ਪਿਛਲੇ ਸ਼ਨੀਚਰਵਾਰ ਨੂੰ ਸੈਨੋਜ਼ੇ ਦਾ ਜੋ ਫਾਇਰ ਸਟੇਸ਼ਨ ਨੰਬਰ 8 ਆ ਉੱਥੇ ਜਦੋਂ 911 ਕਾਲ ਗਈ ਤੇ ਉਹ ਸਾਰੇ ਫਾਇਰ ਫਾਈਟਰਸ 2 ਟਰੱਕਾਂ 'ਚ ਚਲੇ ਗਏ ਤੇ ਜਦੋਂ ਉਹ ਵਾਪਸ ਆਏ ਤੇ ਉਹਨੇ ਦੇਖਿਆ ਵੀ ਡੋਰ ਟੁੱਟਾ ਹੋਇਆ ਸੀ ਉਹਨਾਂ ਦਾ ਤੇ ਉਹਨਾਂ ਦਾ ਲੈਪਟਾਪ ਵਗੈਰਾ ਵੀ ਜਿਹੜਾ ਚੋਰੀ ਹੋ ਗਿਆ ਸੀ। ਪਰ ਬਾਅਦ ਦੇ ਵਿੱਚ ਉਹਨਾਂ ਨੇ ਆਲੇ ਦੁਆਲੇ ਦੇਖਿਆ ਤੇ ਇੱਕ ਬੰਦਾ ਫੜ ਲਿਆ ਜੋ ਲੈਪਟਾਪ ਲੈ ਕੇ ਤੁਰਿਆ ਜਾਂਦਾ ਸੀ ਤੇ ਉਸ ਨੂੰ ਪੁਲਿਸ ਦੇ ਕੋਲ ਫੜਾ ਦਿੱਤਾ ਗਿਆ ਹੈਗਾ। ਸੈਨੋਜ਼ੇ ਦੀ ਫਾਇਰ ਡਿਪਾਰਟਮੈਂਟ ਦੇ ਕੈਪਟਨ ਲੂਇਸ ਅਲਨਸ ਨੇ ਇਹ ਦੱਸਿਆ ਪਈ ਇਹ ਸਾਡੇ ਨਾਲ ਪਹਿਲੀ ਵਾਰੀ ਹੋਇਆ ਵੀ ਫਾਇਰ ਸਟੇਸ਼ਨ ਨੂੰ ਬ੍ਰੇਕ ਇਨ ਕੀਤਾ ਹੋਵੇ। ਹਾਲਾਂਕਿ ਸਾਡੀਆਂ ਜਿਹੜੀਆਂ ਕਾਰਾਂ ਬਾਹਰ ਪਾਰਕ ਕੀਤੀਆਂ ਹੁੰਦੀਆਂ ਉਹ ਕਈ ਵਾਰੀ ਟੁੱਟਦੀਆਂ ਰਹੀਆਂ ਹੈਗੀਆਂ ਆ। ਸੋ ਕਹਿੰਦੇ ਸਟੇਸ਼ਨ 24/7 ਲੋਕ ਉੱਥੇ ਹੁੰਦੇ ਆ, ਸ਼ਿਫਟ ਤੇ ਹੁੰਦੇ ਆ, ਪਰ ਜਾਂ ਤਾਂ ਬਾਜ ਕਰਦਾ ਰਿਹਾ ਜਿਸ ਟਾਈਮ ਦੇ ਉੱਤੇ ਫਾਇਰ ਵਾਲੇ ਗਏ ਤੇ ਮਗਰ ਜਿਹੜੇ ਚੋਰ ਆ ਉਹ ਅੰਦਰ ਚਲੇ ਗਏ। ਹੁਣ ਦੇਖ ਲਓ ਡਰ ਹੈਗਾ ਕਿਤੇ ਇਹਨਾਂ ਨੂੰ ਵੀ ਫਾਇਰ ਸਟੇਸ਼ਨ ਦੇ ਬਾਹਰ ਵੀ ਅੰਦਰ ਵੀ ਕਿ ਜਿੱਥੇ ਜੀ ਕਰਦਾ ਉੱਥੇ ਜਿਹੜੀਆਂ ਉਹ ਚੋਰੀਆਂ ਹੋ ਰਹੀਆਂ। ਕੈਲੀਫੋਰਨੀਆ ਦੀ ਇੱਕ ਛੋਟੀ ਜੀ ਮੱਛੀ ਆ ਸੈਲਮਨ, ਜਿਸ ਨੂੰ ਬਚਾਉਣ ਦੇ ਲਈ ਬਹੁਤ ਸਾਰਾ ਜਿਹੜਾ ਪਾਣੀ ਆ ਉਹ ਡੈਲਟਾ ਦੇ ਵਿੱਚ ਸਮੁੰਦਰਾਂ ਨੂੰ ਜਿਹੜਾ ਉਹ ਛੱਡਿਆ ਜਾਂਦਾ ਆ। ਨਦਰਨ ਕੈਲੀਫੋਰਨੀਆ ਦੀ ਜਿਹੜੀ ਕਲੈਮਥ ਰਿਵਰ ਆ ਉਸ ਦੇ ਵਿੱਚ ਕਹਿੰਦੇ ਤਕਰੀਬਨ 8 ਲੱਖ ਦੀ ਗਿਣਤੀ ਦੀ ਇਹ ਜਿਹੜੀ ਮੱਛੀ ਆ ਸੈਲਮਨ ਆ ਉਹ ਛੱਡੀ ਜਾਣੀ ਸੀ, ਪਰ ਅਚਨਚੇਤੇ ਹੀ ਉਸ ਦੀ ਮੌਤ ਹੋ ਗਈ ਆ, ਉਹ ਖਤਮ ਹੋ ਗਈ ਆ। ਇਹ ਕਹਿੰਦੇ ਵੀ ਇਹਨੂੰ ਦੱਸਿਆ ਜਾ ਰਿਹਾ ਹੈ ਮਾਹਰਾਂ ਦੇ ਮੁਤਾਬਕ, ਸਟੇਟ ਵਾਈਲਡ ਲਾਈਫ ਦੇ ਅਧਿਕਾਰੀਆਂ ਨੇ ਕਿਹਾ ਵੀ ਗੈਸ ਬਬਲ ਡਿਜ਼ੀਜ਼ ਤੋਂ ਇਹ ਪੀੜਤ ਨਜ਼ਰ ਆ ਰਹੀਆਂ ਆ। ਇਹ ਕੰਡੀਸ਼ਨ ਕਹਿੰਦੇ ਵੀ ਜਦੋਂ ਪ੍ਰੈਸ਼ਰ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਹੁੰਦੀ ਆ ਤਾਂ ਉਸ ਦੇ ਕਰਕੇ ਇਹ ਦੇਖੀ ਜਾਂਦੀ ਆ। ਸੋ ਆਇਰਨ ਗੇਟ ਡੈਮ ਟਨਲ ਦੇ ਥਰੂ ਜਦੋਂ ਕਹਿੰਦੇ ਵੀ ਇਹਨਾਂ ਨੂੰ ਘੱਲਿਆ ਗਿਆ ਤਾਂ ਇੱਕ 8 ਲੱਖ ਤੋਂ ਵੱਧ ਦੀ ਗਿਣਤੀ ਵਾਲੀ ਚਿਨੂਕ ਸੈਲਮਨ ਫਰਾਈ ਪਹਿਲੇ ਰਿਲੀਜ਼ ਤੋਂ ਬਾਅਦ ਦੇ ਵਿੱਚ ਜਿਸ ਨੂੰ ਰਿਲੀਜ਼ ਕਰਨ ਦੇ ਲਈ $35 ਮਿਲੀਅਨ ਜਿਹੜਾ ਪ੍ਰੋਜੈਕਟ ਆ ਉਹ ਡਿਜ਼ਾਈਨ ਸਪੈਸ਼ਲ ਕੀਤਾ ਗਿਆ ਸੀ ਕਲੈਮਥ ਰਿਵਰ ਦੇ ਵਿੱਚ। ਇਹਨਾਂ ਦੀ ਜਨਸੰਖਿਆ ਜਿਹੜੀ ਉਹ ਵਧਾਉਣ ਦੇ ਲਈ ਉਹਨਾਂ ਨੂੰ ਇਹ ਜਿਹੜੀ ਬਿਮਾਰੀ ਆ ਉਹ ਲੱਗ ਗਈ, ਗੈਸ ਬਬਲ ਡਿਜ਼ੀਜ਼ ਲੱਗੀ, ਜਿਸ ਕਰਕੇ ਇਹ ਉੱਥੇ ਹੀ ਮੁੱਕ ਗਈਆਂ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਇੱਕ ਨਾਰਦਰਨ ਕੈਲੀਫੋਰਨੀਆ ਦੀ ਜੇਲ੍ਹ ਆ, ਉੱਥੇ ਮਾਸ ਕੈਜੂਅਲਟੀ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕੀਤੀ ਗਈ ਹੈਗੀ ਆ। ਮੈਂਡੋਸਿਨੋ ਕਾਉਂਟੀ ਦੀ ਜੇਲ੍ਹ ਜੋ ਯੁਕਾਇਆ ਦੇ ਵਿੱਚ ਹੈਗੀ ਆ। ਕਹਿੰਦੇ ਭਈ ਅੱਜ ਦੁਪਹਿਰੇ ਦੇਖਿਆ ਭਈ ਇੱਕ ਜੋ ਕੈਦੀ ਆ ਉਹਨਾਂ ਦਾ ਉਹ ਅਨਕੌਂਸ਼ੀਅਸ ਪਾਇਆ ਗਿਆ ਜਦ ਦੇਖਿਆ ਭਈ ਉਹ ਓਵਰਡੋਜ਼ ਸੀਗਾ ਤੇ ਉਸ ਨੂੰ ਜੋ ਆ ਇੱਕ ਐਂਟੀ ਓਵਰਡੋਜ਼ ਜੋ ਡਰੱਗ ਹੁੰਦੀ ਹੈਗੀ ਆ ਉਹ ਦਿੱਤੀ ਗਈ ਤੇ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੇ ਜਾ ਕੇ ਉਹਦੀ ਜਿਹੜੀ ਮੌਤ ਹੋ ਗਈ। ਉਸੇ ਟਾਈਮ 4 ਹੋਰ ਜੋ ਕੈਦੀ ਸੀਗੇ ਵੱਖ-ਵੱਖ ਡਿਫਰੈਂਟ ਸੈੱਲ ਦੇ ਵਿੱਚ ਉਹਨਾਂ ਨੂੰ ਵੀ ਜਿਹੜਾ ਅਨਕੌਂਸ਼ੀਅਸ ਪਾਇਆ ਗਿਆ ਓਵਰਡੋਜ਼
ਸਿੰਪਟਮਸ ਦੇ ਨਾਲ। 5 ਮੇਲ ਇਨਮੇਟਸ ਜੋ ਆ ਉਹਨਾਂ ਨੂੰ ਮੈਡੀਕਲ ਏਡ ਦਿੱਤੀ ਗਈ। ਇੱਕ ਜਾਣੇ ਦੀ ਆਲਰੇਡੀ ਮੌਤ ਹੋ ਚੁੱਕੀ ਹੈਗੀ ਆ ਤੇ 4 ਜਾਣੇ ਜਿਹੜੇ ਆ ਉਹ ਹਸਪਤਾਲ ਪਹੁੰਚਾਏ ਗਏ ਹੈਗੇ। ਜੀ, ਕੈਲੀਫੋਰਨੀਆ ਦੇ ਸੁਪਰੀਮ ਕੋਰਟ ਨੇ ਅੱਜ ਰੂਲਿੰਗ ਜਿਹੜੀ ਉਹ ਕੀਤੀ ਆ, ਉਹ ਜਿਹੜੇ ਨੌਜਵਾਨ, ਉਹ ਯੂਥ ਜਿਨ੍ਹਾਂ ਨੂੰ ਲਾਈਫ ਸੈਂਟੈਂਸਿਸ ਸਜ਼ਾ ਮਿਲੀਆਂ ਆ, ਉਹਨਾਂ ਦੇ ਲਈ ਕੋਈ ਵੀ ਪੈਰੋਲ ਨਹੀਂ ਹੋਊਗੀ। ਇੱਕ ਸਟੈਚੂ ਹੈਗਾ ਆ ਜਿਸ ਦੇ ਤਹਿਤ 18 ਤੋਂ 25 ਸਾਲ ਦੇ ਉਹ ਨੌਜਵਾਨ ਜਿਹੜੇ ਕਨਵਿਕਟ ਕੀਤੇ ਗਏ ਆ ਸਰਟਨ ਕ੍ਰਾਈਮ ਦੇ ਲਈ, ਉਹ 15ਵੇਂ 20ਵੇਂ ਜਾਂ 25ਵੇਂ ਸਾਲ ਜਦੋਂ ਜੇਲ੍ਹ ਦੇ ਵਿੱਚ ਆ ਤਾਂ ਪੈਰੋਲ ਦੇ ਲਈ ਅਪੀਲ ਕਰ ਸਕਦੇ ਆ। ਐਕਸੈਪਟ ਉਹ ਲੋਕ ਜਿਨ੍ਹਾਂ ਨੂੰ ਸੈਂਟੈਂਸ ਕੀਤਾ ਗਿਆ ਲਾਈਫ ਦੇ ਲਈ, ਉਮਰ ਕੈਦ ਹੋਈ ਹੈ ਵਿਦਆਊਟ ਪੋਸੀਬਿਲਿਟੀ ਆਫ ਪੈਰੋਲ, 18 ਸਾਲ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਲਈ ਨਹੀਂ ਹੈਗਾ। ਸੋ ਇਸੇ ਤਰੀਕੇ ਦਾ ਇੱਕ ਕੇਸ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੇ ਸਾਹਮਣੇ ਸੀ, ਜਿੱਥੇ ਉਹਨਾਂ ਨੇ ਇਹ ਜਿਹੜੀਆਂ ਲਿਮਿਟਸ ਲਗਾਈਆਂ ਗਈਆਂ ਆ ਉਸ ਨੂੰ ਅਪਹੈਲਡ ਕੀਤਾ ਆ। ਸੋ ਜਿਨ੍ਹਾਂ ਨੇ ਸੀਰੀਅਸ ਕ੍ਰਾਈਮਸ ਕੀਤੇ ਆ ਉਹਨਾਂ ਦੇ ਲਈ ਇਸੇ ਤਰੀਕੇ ਦੇ ਨਾਲ ਕਹਿੰਦੇ ਵੀ ਜਿਹੜੀ ਪੈਰੋਲ ਆ ਹੁਣ ਜਦੋਂ 18 ਤੋਂ ਉੱਤੇ ਹੋ ਗਏ ਆ ਤਾਂ ਉਹ ਨਹੀਂ ਰਹੇਗੀ। ਇਸੇ ਹੀ ਕੇਸ ਨੂੰ, ਇਸੇ ਹੀ ਕਾਨੂੰਨ ਨੂੰ ਇੱਕ ਹਿਸਾਬ ਦੇ ਨਾਲ ਅਪਹੈਲਡ ਕਾਨੂੰਨ ਜਿਹੜਾ ਅਦਾਲਤ ਨੇ ਕਰ ਦਿੱਤਾ ਆ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਕੱਲ ਨੂੰ ਲਾਸਟ ਡੇ ਹੈਗਾ ਇਲੈਕਸ਼ਨ ਦਾ ਕੈਲੀਫੋਰਨੀਆ ਦੇ ਵਿੱਚ ਵੋਟਾਂ ਪਾਉਣ ਦਾ, ਤੇ ਦੋ ਜਿਹੜੀਆਂ ਗੱਲਾਂ ਬਾਤਾਂ ਆ ਇਲੈਕਸ਼ਨ ਦੇ ਸੰਬੰਧ ਦੇ ਵਿੱਚ, ਦੋ ਰੇਸਿਸ ਬੜੀਆਂ ਇੰਪੋਰਟੈਂਟ ਆ। ਇੱਕ ਸੈਨੇਟ ਨੂੰ ਲੈ ਕੇ ਤੇ ਇੱਕ ਜਿਹੜੀ ਪ੍ਰੋਪੋਜੀਸ਼ਨ 1 ਆ। ਪ੍ਰੋਪੋਜੀਸ਼ਨ 1 ਦੇ ਨਾਲ ਜੇ ਜੈਸ ਕਰਦੇ ਆ ਤਾਂ 6.3 ਬਿਲੀਅਨ ਡਾਲਰ ਦਾ ਜਿਹੜਾ ਬੌਂਡ ਆ ਉਹ ਵਰਤਿਆ ਜਾਊਗਾ, ਜੋ ਮੈਂਟਲ ਹੈਲਥ ਦੇ ਲਈ ਤੇ ਹੋਮਲੈਸਾਂ ਨੂੰ ਕਿਸੇ ਤਰ੍ਹਾਂ ਘਰਾਂ ਦੇ ਵਿੱਚ ਪਾਉਣ ਦੇ ਲਈ ਉਹ ਪੈਸੇ ਯੂਜ਼ ਹੋਊਗੇ। ਤੇ ਜੇ ਨੋ ਹੁੰਦੀ ਆ ਫਿਰ ਜੋ ਹੁਣ ਚੱਲ ਰਿਹਾ ਉਦਾਂ ਹੀ ਚੱਲੂਗਾ। ਤੇ ਦੂਸਰੀ ਜਿਹੜੀ ਰੇਸ ਹੈਗੀ ਆ ਉਹ ਸੈਨੇਟ ਦੇ ਲਈ ਆ। ਕੈਲੀਫੋਰਨੀਆ ਦੇ ਵਿੱਚ ਕੋਈ ਵੀ ਇਹ ਸੋਚ ਨਹੀਂ ਰਿਹਾ ਸੀ ਵੀ ਜਿਹੜਾ ਰਿਪਬਲਿਕਨ ਕੈਂਡੀਡੇਟ ਆ ਵੀ ਉਹ ਵੀ ਅੱਗੇ ਜਾ ਸਕਦਾ ਹੈਗਾ। ਹੁਣ ਇਸ ਟਾਈਮ 4 ਕੈਂਡੀਡੇਟ ਆ, ਇਹ ਪ੍ਰਾਇਮਰੀ ਆ। ਇਹ ਤੋਂ ਬਾਅਦ ਜਿਹੜੇ 2 ਟੌਪ ਵੋਟ ਕੈਚਰ ਹੋਊਗੇ ਇਸ ਇਲੈਕਸ਼ਨ ਤੋਂ ਬਾਅਦ, ਉਹ ਨਵੰਬਰ ਦੇ ਵਿੱਚ ਫੇਸ ਕਰਨਗੇ। 3 ਡੈਮੋਕ੍ਰੇਟ ਆ, ਇੱਕ ਰਿਪਬਲਿਕਨ ਸਟੀਵ ਗਾਰਵੇ, 10 ਟਾਈਮ MLB ਆਲ ਸਟਾਰ ਚੈਂਪੀਅਨ ਆ। ਉਹ ਕਹਿੰਦਾ ਵੀ ਬਹੁਤ ਸਾਰੇ ਲੋਕ ਜਿਹੜੇ ਕੈਲੀਫੋਰਨੀਆ ਦੇ ਆ ਉਹ ਡੈਮੋਕ੍ਰੇਟਾਂ ਤੋਂ ਤੰਗ ਆਏ ਹੋਏ ਹੈਗੇ ਆ ਇੱਥੇ ਦੀ ਜਿਹੜੀ ਸਟੇਟ ਆ ਉਹਨੂੰ ਦੇਖ ਕੇ। ਜੋ ਰੀਸੈਂਟ ਪੋਲ ਆਏ ਆ ਉਹਨਾਂ ਦੇ ਵਿੱਚ ਸਟੀਵ ਗਾਰਵੇ ਨੂੰ 27%, ਐਡਮ ਸ਼ਿਫ ਨੂੰ 25%, ਕੇਟੀ ਪੋਲਟਨ ਨੂੰ 19%, ਬਾਰਬਰਾ ਲੀ ਨੂੰ 8% ਵੋਟਾਂ ਪੈ ਰਹੀਆਂ ਹੈਗੀਆਂ। ਸੋ ਹੋ ਸਕਦਾ ਵੀ ਆਉਣ ਵਾਲੀ ਜਿਹੜੀ ਨਵੰਬਰ 'ਚ ਇਲੈਕਸ਼ਨ ਹੋਣੀ ਆ ਉਹ 'ਚ ਐਡਮ ਸ਼ਿਫ ਤੇ ਸਟੀਵ ਗਾਰਵੀ ਜੋ ਆ ਉਹ ਦੋਨੋਂ ਹੀ ਕੈਂਡੀਡੇਟ ਹੋਣ। ਹਾਲਾਂਕਿ ਜੇ ਤਿੰਨਾਂ ਦੀ ਮਿਲਾ ਕੇ ਦੇਖੀਏ ਤਾਂ ਡੈਮੋਕ੍ਰੇਟਸ ਦੀ ਵੋਟਸ ਬਹੁਤ ਜ਼ਿਆਦਾ ਬਣਦੀ ਹੈਗੀ। ਜੀ ਬਿਲਕੁਲ। ਤੇ ਜਾਂਦੇ ਜੇ ਮਾਰਕੀਟ ਦਾ ਹਾਲ ਅੱਜ ਆਪਾਂ ਦੱਸਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ 98 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ। ਅੱਜ ਹਫਤੇ ਦੀ ਸ਼ੁਰੂਆਤ 'ਚ 38,900 ਤੇ 90 ਤੇ ਬੰਦ ਹੋਇਆ। S&P ਦੇ ਵਿੱਚ 6 ਪੁਆਇੰਟ ਘਟੇ, 5131 ਤੇ ਬੰਦ ਹੋਇਆ। ਜਿਹੜਾ ਨੈਸਡੈਕ ਉਹ 67 ਪੁਆਇੰਟ ਘਟ ਕੇ 16,208 ਤੇ ਬੰਦ ਹੋਇਆ। ਸੋਨੇ ਦਾ ਭਾਅ $2,120 ਪ੍ਰਤੀ ਆਉਂਸ 2100 ਪਾਰ ਕਰ ਗਿਆ। ਤੇਲ ਦੀ ਕੀਮਤ $79 ਪ੍ਰਤੀ ਜਿਹੜੇ ਆ ਬੈਰਲ ਰਹੀ ਆ। 10 ਈਅਰ ਯੀਲਡ 4.22%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 68,654 ਤੇ ਇਥੀਰੀਅਮ 3650 US$ ਦੇ ਬਰਾਬਰ ਚੱਲ ਰਿਹਾ ਆ। ਜੀ, ਸੋ ਬਿਲਕੁਲ ਜਿਹੜੀ ਪਿਛਲੀ ਖਬਰ ਮੈਂ ਸਾਂਝੀ ਕਰਦਾ ਸੀ ਉਹਦੇ 'ਚ ਮੈਂ ਬੇਨਤੀ ਜ਼ਰੂਰ ਕਰਨੀ ਸੀ, ਉਹ ਜਲਦੀ 'ਚ ਰਹਿ ਗਿਆ ਵੀ ਹਰ ਇੱਕ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਤੁਸੀਂ ਸਿਟੀਜ਼ਨ ਆ, ਤੁਹਾਡੇ ਘਰ ਬੈਲਟ ਆਏ ਆ, ਵੋਟ ਜ਼ਰੂਰ ਪਾਓ। ਇਹ ਬਹੁਤ ਜ਼ਰੂਰੀ ਹੈਗੀ। ਨੋ ਮੈਟਰ ਤੁਸੀਂ ਰਿਪਬਲਿਕਨ ਆ, ਡੈਮੋਕ੍ਰੇਟ ਆ, ਇੰਡੀਪੈਂਡੈਂਟ ਆ, ਕਿਹਨੂੰ ਪਸੰਦ ਕਰਦੇ, ਕਿਹਨੂੰ ਨਹੀਂ ਕਰਦੇ, ਕਿਉਂਕਿ ਇੱਕ ਤਾਂ ਵੋਟ ਨਹੀਂ ਪੈ ਰਹੀ, ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਆ। ਸੈਨੇਟ ਲਈ ਆ, ਪ੍ਰੈਜ਼ੀਡੈਂਟ ਲਈ ਆ, ਤੇ ਲੋਕਲ ਵੋਟਸ ਹੈਗੀਆਂ ਆ, ਪ੍ਰੋਪੋਜੀਸ਼ਨਾਂ ਬਹੁਤ ਆ। ਸੋ ਪਲੀਜ਼ ਕੱਲ ਨੂੰ 5 ਤਰੀਕ ਨੂੰ ਲਾਸਟ ਡੇਟ ਆ, ਤੁਹਾਨੂੰ ਬੈਲਟ ਆਇਓ ਆ, ਤੁਸੀਂ ਮੇਲ ਵੀ ਕਰ ਸਕਦੇ ਆ, ਨਹੀਂ ਤਾਂ ਡ੍ਰੌਪ ਵੀ ਕਰ ਸਕਦੇ ਆ। ਕਈ ਵਾਰੀ ਕੀ ਹੁੰਦਾ ਹੈ ਜਿਹੜੀਆਂ ਫਸਵੀਆਂ ਰੇਸ ਹੁੰਦੀਆਂ ਜਦੋਂ ਵੋਟ ਕਾਊਂਟ ਹੋਣੀ ਆ ਤੇ ਬਹੁਤ ਘੱਟ ਜਿੱਥੇ ਡਿਫਰੈਂਸ ਹੁੰਦਾ ਤੇ ਉੱਥੇ ਜੇ ਵੋਟ ਟਾਈਮ ਸਿਰ ਪਹੁੰਚ ਜਾਏ ਤਾਂ ਵਧੀਆ ਹੁੰਦਾ, ਨਹੀਂ ਚਲੋ ਕਾਊਂਟ ਤਾਂ ਉਹਨੀ ਲੇਟਰ ਔਨ ਵੀ ਕਰਨੀ ਹੈਗੀ ਆ। ਇਹ ਬਹੁਤ ਜ਼ਰੂਰੀ ਆ ਕਿਉਂਕਿ ਬਾਅਦ ਦੇ ਵਿੱਚ ਫਿਰ ਸਾਡਾ ਹੱਕ ਨਹੀਂ ਰਹਿ ਜਾਂਦਾ ਜੇ ਅਸੀਂ ਵੋਟ ਨਹੀਂ ਪਾਉਂਦੇ ਹੈਗੇ ਵੀ ਜੀ ਉਹ ਬੰਦਾ ਸਹੀ ਕੰਮ ਕਰ ਰਿਹਾ, ਉਹ ਬੰਦਾ ਗਲਤ ਕਰ ਰਿਹਾ ਹੈਗਾ, ਜਾਂ ਪ੍ਰੋਪੋਜੀਸ਼ਨ ਰੋਂਗ ਆ ਜਾਂ ਇਹ ਪ੍ਰੋਪੋਜੀਸ਼ਨ ਸਹੀ ਹੈਗੀ ਆ।
ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 90 ਪੈਸੇ ਰਹੇ ਆ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 45 ਪੈਸੇ, ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।